ਸਤਿਗੁਰ ਬਾਣੀ ਪੁਰਖ ਪੁਰਖੋਤਮ। ਬਾਣੀ ਸਿਉ ਚਿਤ ਲਾਵੈ ਗੋ, ਗੁਰਬਾਣੀ ਸੁਨਤ ਮੇਰਾ ਮਨ ਦਰਵਿਆ। ਮਨ ਭੀਨਾ ਨਿਜ ਘਰ ਆਵੈ ਗੋ, ਜਨ ਕੇ ਚਰਨ ਵਸੈ ਮੇਰੇ ਹੀਅਰੈ। ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੁ ਕਿਰਪਾ ਨਿਧ। ਨਾਨਕ ਕੈ ਸੁਖ ਏਹੀ। ਧੰਨ ਵਾਹਿਗੁਰੂ ਜੀ ਆਸਾ, ਕਹਾ ਭਇਓ ਜੋ ਤਨ ਭਇਓ ਛਿਨ ਛਿਨ। ਪ੍ਰੇਮ ਜਾਇ ਤਉ ਡਰ ਪੈ ਤੇਰੋ ਜਨ। ਕਹਾ ਭਇਓ ਜੋ ਤਨ ਭਇਓ ਛਿਨ ਛਿਨ। ਪ੍ਰੇਮ ਜਾਇ ਤਉ ਡਰ ਪੈ ਤੇਰੋ ਜਨ। ਤੁਝੈ ਚਰਨ ਅਰਬਿੰਦ ਭਵਨ ਮਨ। ਪਾਨ ਕਰਤ ਪਾਇਓ ਪਾਇਓ ਰਾਮਈਆ ਧਨ ਰਹਾਉ। ਸੰਪਤ ਬਿਪਤ ਪਟਲ ਮਾਇਆ ਧਨ। ਤਾਂ ਮਹਿ ਮਗਨ ਹੋਤ ਨਾ ਤੇਰੋ ਜਨ। ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ। ਕਹਿ ਰਵਿਦਾਸ ਛੂਟਿਬੋ ਕਵਨ ਗੁਣ। ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ। ਕਹਿ ਰਵਿਦਾਸ ਛੂਟਿਬੋ ਕਵਨ ਗੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਬੜੇ ਪ੍ਰੇਮ ਸਹਿਤ ਆਪ ਜੀ ਸਤਿਗੁਰੂ ਦੀ ਮੁਬਾਰਕ ਬਾਣੀ ਦਾ ਲਾਹਾ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਪ੍ਰਾਪਤ ਕਰ ਰਹੇ ਸੀ। ਭਗਤ ਰਵਿਦਾਸ ਸਾਹਿਬ ਮਹਾਰਾਜ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ, ਜਿਸ ਦੀ ਆਪਾਂ ਲੜੀਵਾਰ ਵਿਚਾਰ ਪਾਵਨ ਉਪਦੇਸ਼ ਨੂੰ ਸਮਝਣ ਅਤੇ ਵਿਚਾਰਨ ਦਾ ਯਤਨ ਕਰ ਰਹੇ ਹਾਂ। ਜਿਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 486 ਅਤੇ 87 ਉੱਤੇ ਰਾਗ ਆਸਾ ਦੇ ਵਿੱਚ ਇਹ ਮੁਬਾਰਕ ਸ਼ਬਦ ਦਰਜ ਹੈ। ਆਸਾ ਰਾਗ ਦੇ ਵਿੱਚ ਭਗਤ ਰਵਿਦਾਸ ਸਾਹਿਬ ਜੀ ਦਾ ਇਹ ਚੌਥਾ ਸ਼ਬਦ ਹੈ। ਕੁੱਲ 6 ਸ਼ਬਦ ਇਸ ਰਾਗ ਵਿੱਚ ਦਰਜ ਹਨ। ਇਸ ਮੁਬਾਰਕ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਵੈਸੇ ਤੇ ਸਮੁੱਚਾ ਜਿਹੜਾ ਸ਼ਬਦ ਹੈ, ਜੇ ਸ਼ਬਦ ਦੇ ਕੇਂਦਰੀ ਭਾਵ ਨੂੰ ਵਿਚਾਰਿਆ ਜਾਏ ਤਾਂ ਇਹ ਕੇਂਦਰੀ ਭਾਵ ਇਸ ਸ਼ਬਦ ਦਾ ਤੱਤ ਨਿਚੋੜ ਇਹ ਹੈ ਕਿ ਹੇ ਮੇਰੇ ਮਾਲਕ ਵਾਹਿਗੁਰੂ, ਤੇਰੇ ਪ੍ਰੇਮ ਤੋਂ ਸਿਵਾਏ
ਮੇਰੇ ਜੀਵਨ ਦਾ ਹੋਰ ਕੋਈ ਆਧਾਰ ਤੇ ਆਸਰਾ ਨਹੀਂ ਹੈ। ਮੈਂ ਤੇਰੇ ਪ੍ਰੇਮ ਵਿੱਚ ਜੀਂਦਾ ਹਾਂ। ਇਹ ਇੱਕ ਐਸੀ ਮਜ਼ਬੂਤ ਕੜੀ ਹੈ, ਇਹ ਸਮਝੋ ਕਿ ਇੱਕ ਬੇਸ ਹੈ, ਆਧਾਰ ਹੈ, ਨੀਂਹ ਹੈ। ਕੋਈ ਵੀ ਨੇਮ ਸੰਸਾਰ ਦਾ ਨਿਭਦਾ ਹੈ, ਦੋ ਚੀਜ਼ਾਂ ਨੇ। ਬਾਣੀ ਵਿੱਚ ਦੂਜੇ ਪੱਖ ਦਾ ਵੀ ਜ਼ਿਕਰ ਹੈ, ਪਹਿਲਾਂ ਅਸੀਂ ਇਸ ਪੱਖ ਨੂੰ ਵਿਚਾਰਾਂਗੇ। ਜੇ ਪ੍ਰੇਮ ਹੈ ਤੇ ਕੋਈ ਵੀ ਕਰਮ ਆਪਣੇ ਪਿਆਰੇ ਦੀ ਮੁਹੱਬਤ ਵਿੱਚ ਕੀਤਾ ਹੋਇਆ ਬੋਝ ਨਹੀਂ ਲੱਗਦਾ, ਭਾਰ ਨਹੀਂ ਲੱਗਦਾ। ਉੱਥੇ ਮਨੁੱਖ ਪ੍ਰੈਸ਼ਰਾਈਜ਼ ਨਹੀਂ ਹੁੰਦਾ, ਮਜਬੂਰ ਨਹੀਂ ਹੁੰਦਾ, ਕੰਪੈਲ ਨਹੀਂ ਹੁੰਦਾ, ਜਾਂ ਆਪਣੇ ਆਪ ਨੂੰ ਮਾਰ ਕੇ ਕੰਮ ਨਹੀਂ ਕਰਦਾ। ਤੇ ਦੂਜਾ ਹੈ ਪ੍ਰੇਮ ਤੋਂ ਬਿਨਾਂ ਜਿਹੜਾ ਰਾਹ ਹੈ, ਉਹ ਜਾਂ ਤਾਂ ਹੈ ਵੀ ਬਿਲਕੁਲ ਹੀ ਬੰਦਾ ਟੁੱਟ ਜਾਏ, ਛੱਡ ਜਾਏ, ਤੇ ਜਾਂ ਫਿਰ ਜੇ ਸਾਂਝ ਨਿਭਾਉਣੀ ਹੋਵੇ ਤੇ ਪ੍ਰੇਮ ਨਾ ਹੋਵੇ, ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਹਾ ਗਿਆ ਹੈ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਉਹ ਹੈ ਬੱਝ ਕੇ ਕੰਮ ਕਰਨਾ, ਮਜਬੂਰੀ ਵਿੱਚ ਆਪਣੇ ਆਪ ਤੇ ਬੋਝ ਰੱਖ ਕੇ ਕੰਮ ਕਰਨਾ, ਕੰਪੈਲ ਕਰਕੇ ਆਪਣੇ ਆਪ ਨੂੰ ਮਜਬੂਰ ਕਰਕੇ ਬਾਰ-ਬਾਰ ਉਹਨੂੰ ਇੱਕ ਭਾਰ ਵਾਂਗ ਢਾਉਂਦੇ ਰਹਿਣਾ। ਤੇ ਉਸ ਨੂੰ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਨੇ, ਬੱਧਾ ਚੱਟੀ ਜੋ ਭਰੇ, ਜਿਹੜਾ ਬੱਝ ਕੇ ਮੈਂ ਚੱਟੀ ਭਰਨ ਵਾਂਗ, ਮਤਲਬ ਹੁੰਦਾ ਹੈ ਵੀ ਜਿਵੇਂ ਕਿਸੇ ਨੂੰ ਜੁਰਮਾਨਾ ਲੱਗ ਜਾਏ ਨਾ, ਤੇ ਆਪਾਂ ਕਹਿੰਦੇ ਵੀ ਇਹ ਤਾਂ ਫਾਲਤੂ ਦੀ ਚੱਟੀ ਪੈ ਗਈ, ਇਹ ਤਾਂ ਵਾਧੂ ਦਾ ਐਵੇਂ ਦੇਣਦਾਰੀ ਪੈ ਗਈ ਗੱਲ। ਵੀ ਬੰਦਾ ਚਾਹੁੰਦਾ, ਇੱਕ ਤਾਂ ਹੁੰਦਾ ਨਾ, ਤੁਸੀਂ ਵੇਖੋ ਕੋਈ ਮਨੁੱਖ ਆਪਣੀ ਇੱਛਾ ਨਾਲ, ਮਰਜ਼ੀ ਨਾਲ, ਚਾਅ ਨਾਲ, ਖੁਸ਼ੀ ਨਾਲ, ਮਨ ਦੀ ਤਸੱਲੀ ਪ੍ਰਗਟ ਕਰਦਿਆਂ ਆਪਣੇ ਹੱਥੋਂ ਕੁਝ ਦੇਵੇ, ਤਾਂ ਉਹਨੂੰ ਇੱਕ ਉਹਦੇ ਚੋਂ ਸੈਟਿਸਫੈਕਸ਼ਨ ਮਿਲਦੀ ਹੈ, ਇੱਕ ਸੰਤੁਸ਼ਟੀ ਮਿਲਦੀ ਹੈ। ਤੇ ਇੱਕ ਬੰਦੇ ਨੂੰ ਮਜਬੂਰ ਕੀਤਾ ਜਾਏ ਵੀ ਤੈਨੂੰ ਦੇਣਾ ਪਏਗਾ ਇਹ, ਜਿਸ ਵੇਲੇ ਉਹ ਫਿਰ ਮਜਬੂਰੀ ਵਿੱਚ ਆਪਣੇ ਹੱਥੋਂ ਕੋਈ ਦਿੰਦਾ, ਉਹਨੂੰ ਆਪਾਂ ਕਹਿੰਦੇ ਵੀ ਇਹ ਤਾਂ ਚੱਟੀ ਪਈ ਹੈ। ਹੁਣ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਫਰਮਾਉਂਦੇ ਨੇ, ਬੱਧਾ ਚੱਟੀ ਜੋ ਭਰੇ, ਜਿਹੜਾ ਬੱਧਾ ਰੁੱਦੀ ਭਾਵ ਮਜਬੂਰ ਹੋ ਕੇ ਚੱਟੀਆਂ ਭਰਨ ਵਾਂਗ ਕੰਮ ਕਰਦਾ ਹੈ, ਭਾਵੇਂ ਉਹ ਕੋਈ ਗੁਣ ਕਮਾਉਣ ਦਾ ਵਿਖਾਵਾ ਕਰ ਰਿਹਾ ਹੋਵੇ, ਚਾਹੇ ਧਰਮ ਕਮਾਉਣ ਦਾ ਵਿਖਾਵਾ ਕਰ ਰਿਹਾ ਹੋਵੇ, ਚਾਹੇ ਉਹ ਸੇਵਾ ਪਰਉਪਕਾਰ ਦਾ ਵਿਖਾਵਾ ਕਰ ਰਿਹਾ, ਜੇ ਉਹ ਮਜਬੂਰੀ ਵਿੱਚ ਕਰ ਰਿਹਾ ਹੈ, ਅੰਦਰ ਮਨ ਰਾਜੀ ਨਹੀਂ, ਵਿਖਾਵੇ ਲਈ ਕਰਦਾ ਹੈ, ਕਿਸੇ ਹੋਰ ਮਜਬੂਰੀ ਕਾਰਨ ਕਰਦਾ ਹੈ, ਕਿਸੇ ਲਾਲਚ ਕਾਰਨ ਕਰਦਾ ਹੈ, ਕਿਸੇ ਡਰ ਕਾਰਨ ਕਰਦਾ ਹੈ, ਤਾਂ ਸਤਿਗੁਰੂ ਮਹਾਰਾਜ ਨੇ ਫਰਮਾਇਆ, ਨਾ ਗੁਣ ਨਾ ਉਪਕਾਰ, ਨਾ ਹੀ ਉਹਦਾ ਕਿਸੇ ਤੇ ਕੋਈ ਅਸਰ ਹੈ, ਤੇ ਨਾ ਹੀ ਉਹ ਸਾਡੇ ਆਪਣੇ ਜੀਵਨ ਨੂੰ ਕੋਈ ਉੱਚਾ ਚੁੱਕਦਾ ਹੈ। ਉਹ ਤਾਂ ਇੱਕ ਸਜ਼ਾ ਹੈ ਜਿਹੜੀ ਅਸੀਂ ਪੂਰੀ ਕਰ ਰਹੇ ਹਾਂ। ਫਿਰ ਆਪਣਾ ਆਪ ਜਿਵੇਂ ਉਹਦੇ 'ਚ ਮਰਦਾ ਹੈ, ਆਪਣੀ ਸੁਰਤ ਜਿਸ ਢੰਗ ਨਾਲ ਫਿਰ ਬੋਝ ਥੱਲੇ ਦੱਬੀ ਰਹਿੰਦੀ ਹੈ, ਉਹਦੇ 'ਚ ਫਿਰ ਕੋਈ ਸੈਟਿਸਫੈਕਸ਼ਨ, ਕੋਈ ਸੰਤੁਸ਼ਟੀ, ਕੋਈ ਚਾਓ, ਕੋਈ ਖੇੜਾ, ਕੋਈ ਵਿਗਾਸ, ਕੋਈ ਮਨ ਦੀ ਤਸੱਲੀ ਨਹੀਂ ਨਿਕਲਦੀ। ਤੇ ਸਤਿਗੁਰੂ ਆਖਦੇ ਨੇ ਅਗਲੀ ਪੰਕਤੀ ਵਿੱਚ, ਸੇਤੀ ਖੁਸ਼ੀ ਸਵਾਰੀ ਹੈ। ਇੱਕ ਕਾਰਜ ਜੋ ਹੈ ਜਿਹੜਾ ਖੁਸ਼ੀ ਨਾਲ ਕੀਤਾ ਜਾਂਦਾ, ਚਾਓ ਨਾਲ ਕੀਤਾ ਜਾਂਦਾ, ਨਾਨਕ ਕਾਰਜ ਸਾਰ, ਉਹ ਸਾਡੇ ਜੀਵਨ ਨੂੰ ਵਿਗਾਸ ਵਿੱਚ ਲੈ ਜਾਂਦਾ, ਖੇੜੇ ਵਿੱਚ ਲੈ ਜਾਂਦਾ, ਆਨੰਦ ਵਿੱਚ ਲੈ ਜਾਂਦਾ, ਸਕੂਨ ਵਿੱਚ ਲੈ ਜਾਂਦਾ। ਉਹ ਜਿਹੜੀ ਖੁਸ਼ੀ, ਉਹਦਾ ਸੰਸਾਰ 'ਚ ਕੋਈ ਮੁੱਲ ਨਹੀਂ, ਉਹ ਦੁਰਲੱਭ ਹੈ, ਕੀਮਤੀ ਹੈ, ਅਮੋਲਕ ਹੈ। ਤੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਵਿੱਚ ਦੱਸਿਆ ਗਿਆ ਵੀ ਪਰਮੇਸ਼ਰ ਦਾ, ਗੁਰੂ ਦਾ ਜਿਹੜਾ ਰਸਤਾ ਹੈ, ਉਹ ਪ੍ਰੇਮ ਦਾ ਰਸਤਾ ਹੈ, ਮੁਹੱਬਤ ਦਾ ਮਾਰਗ ਹੈ। ਤਾਈਓ ਬਾਬਾ ਸ਼ੇਖ ਫਰੀਦ ਸਾਹਿਬ ਨੇ ਕਿਹਾ, ਦਿਲੋਂ ਮੁਹੱਬਤ ਜੇ ਨਾ ਸਹੀ ਸੱਚਾ, ਵੀ ਮੈਂ ਸੱਚੇ ਬੰਦੇ ਦੀ, ਜਿਹੜਾ ਸੱਚਾ ਹੈ, ਸੱਚ ਨਾਲ ਭਰਪੂਰ ਹੈ, ਉਹਦਾ ਬੇਸ ਕਿਹੜੀ ਚੀਜ਼ ਨੂੰ ਮੰਨਦਾ? ਕਹਿੰਦੇ ਦਿਲੋਂ ਮੁਹੱਬਤ ਜੇ, ਜਿਨ੍ਹਾਂ ਦੇ ਦਿਲ ਵਿੱਚ ਮੁਹੱਬਤ ਹੈ। ਇੱਕ ਹੋਰ ਵਾਕ ਹੈ ਧੰਨ ਗੁਰੂ ਅਰਜਨ ਸਾਹਿਬ ਸਤਿਗੁਰੂ ਪੰਚਮ ਪਾਤਸ਼ਾਹ ਜੀ ਦਾ, ਕਹਿੰਦੇ ਨੇ ਵੀ ਆਪਣੇ ਮਾਲਕ ਵੱਲੋਂ ਨਾ ਉਹ ਕਦੇ ਮੁਖ ਨਹੀਂ ਮੋੜਦੇ, ਬੇਮੁਖ ਨਹੀਂ ਹੁੰਦੇ, ਟੁੱਟਦੇ ਨਹੀਂ, ਥਿੜਕਦੇ ਨਹੀਂ, ਉਲਝਦੇ ਨਹੀਂ, ਹੋਰ ਪਾਸੇ ਦਾ ਧਿਆਨ ਨਹੀਂ ਕਰਦੇ। ਕਿਹੜੇ ਮਨੁੱਖ? ਰੱਤੇ ਸੇਈ ਜੇ ਮੁਖ ਨਾ ਮੁੜਨ, ਜਿਹੜੇ ਰੱਤੇ ਹੋਏ ਨੇ, ਜਿਹੜੇ ਮੁਹੱਬਤ ਪਾਲਦੇ, ਪ੍ਰੇਮ ਵਸ ਹੋ ਕੇ ਜੀਂਦੇ ਨੇ। ਜਿਨੀ ਸਮਝਾਤਾ ਸਾਈਂ, ਜਿਨ੍ਹਾਂ ਨੇ ਸਾਈਂ ਨੂੰ ਸਮਝਾਤਾ ਹੈ, ਪਛਾਣਿਆ, ਉਹਦੇ ਨਾਲ ਡੂੰਘੀ ਸਾਂਝ ਪਾਈ ਹੈ। ਸਿਆਣਨਾ ਕੀ ਹੈ? ਪਛਾਣ ਕਰਨੀ, ਕਿਸੇ ਨੂੰ ਸਿਆਣਨਾ ਭਾਵ ਪਛਾਣ ਕਰ ਲੈਣੀ, ਕਿਸੇ ਦੇ
ਨੇੜੇ ਹੋ ਜਾਣਾ, ਉਸ ਨਾਲ ਡੂੰਘੀ ਸਾਂਝ ਪਾ ਲੈਣੀ। ਪਰ ਨਾਲ ਹੀ ਅੱਗੇ ਕਿਹਾ ਝੜ ਝੜ ਪਵੰਦੇ ਕੱਚੇ ਬਿਰਹੀ। ਕੱਚੇ ਬਿਰਹੀ ਦਾ ਮਤਲਬ ਹੈ ਕੱਚੇ ਪ੍ਰੇਮ ਵਾਲੇ, ਵਿਖਾਵੇ ਮਾਤਰ ਪ੍ਰੇਮ ਵਾਲੇ ਬਾਰ-ਬਾਰ ਟੁੱਟਦੇ ਨੇ, ਉਖੜਦੇ ਨੇ, ਡਿੱਗਦੇ ਨੇ, ਹੋਰ ਪਾਸੇ ਦਾ ਧਿਆਨ ਕਰਦੇ ਨੇ, ਜਿਨ੍ਹਾਂ ਕਾਰਨ ਆਈ, ਜਿਨ੍ਹਾਂ ਦੇ ਵੱਸ ਦੀ ਗੱਲ ਨਹੀਂ ਮੁਹੱਬਤ ਪਾਲਣਾ। ਸਭ ਤੋਂ ਵੱਡੀ ਗੱਲ ਹੈ, ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇਸ ਮਨੋਵਸਥਾ ਦਾ ਜ਼ਿਕਰ ਆਉਂਦਾ ਹੈ ਨਾ, ਵੀ ਪ੍ਰੇਮ ਵਾਲੀ, ਮੁਹੱਬਤ ਵਾਲੀ ਮਨੋਵਸਥਾ, ਉੱਥੇ ਸਭ ਤੋਂ ਪਹਿਲੀ ਗੱਲ ਇਹ ਵੀ ਦੱਸੀ ਗਈ ਹੈ ਵੀ ਮੁਹੱਬਤ ਵਿੱਚ, ਪ੍ਰੇਮ ਦੇ ਜੀਵਨ ਵਿੱਚ ਤਿਆਗਣਾ ਹੁੰਦਾ ਹੈ। ਪਾਉਣ ਦੀ ਇੱਛਾ ਕੁਝ ਨਹੀਂ ਹੁੰਦੀ, ਲਾਲਚ ਕੋਈ ਨਹੀਂ ਹੁੰਦਾ, ਸਵਾਰਥ ਕੋਈ ਨਹੀਂ ਹੁੰਦਾ, ਡਰ ਕੋਈ ਨਹੀਂ ਹੁੰਦਾ। ਸਭ ਤੋਂ ਪਹਿਲਾ ਸਟੈਪ ਹੁੰਦਾ ਹੈ ਵੀ ਤਿਆਗਣਾ, ਵੀ ਤੂੰ ਤਿਆਗ ਕੀ ਸਕਦਾ, ਕੁਰਬਾਨ ਕੀ ਕਰ ਸਕਦਾ। ਕਿਉਂਕਿ ਆਪਣੇ ਪਿਆਰੇ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹਨ ਵਾਸਤੇ ਇਹ ਸ਼ਰਤ ਨਹੀਂ ਹੁੰਦੀ ਵੀ ਉਹ ਬਦਲੇ ਮੇਰੇ ਹਿਸਾਬ ਨਾਲ, ਉੱਥੇ ਸ਼ਰਤ ਹੁੰਦੀ ਹੈ ਵੀ ਮੈਂ ਕਿੰਨਾ ਬਦਲ ਸਕਦਾ ਉਹਦੇ ਹਿਸਾਬ ਨਾਲ, ਮੈਂ ਆਪਣੇ ਆਪ ਨੂੰ ਕਿੰਨਾ ਚੇਂਜ ਕਰ ਸਕਦਾ ਉਹਦੇ ਮੁਤਾਬਕ। ਮੈਂ ਇੱਕ ਉਦਾਹਰਣ ਦੇਣਾ। ਅਸੀਂ ਜਿਸ ਵੇਲੇ ਖਾਲਸੇ ਦੇ ਪ੍ਰਗਟ ਦਿਹਾੜੇ ਵਿਸਾਖੀ ਦਾ ਜ਼ਿਕਰ ਕਰਦੇ ਹਾਂ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਖੰਡੇ ਕੀ ਪੌਲ ਦਿੱਤੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ, ਉਹ ਜਿਹੜਾ ਸਮੁੱਚਾ ਘਟਨਾਕ੍ਰਮ ਹੈ, ਉਹਦੇ ਵਿੱਚ ਜਿਹੜੇ 5 ਸਿੱਖ ਸਤਿਗੁਰੂ ਦੀ ਆਵਾਜ਼ ਉੱਤੇ, ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਮੰਗ ਉੱਤੇ ਉੱਠੇ, ਉਹਨਾਂ ਨੂੰ ਸਿੱਖ ਜਗਤ ਵਿੱਚ, ਇਤਿਹਾਸ ਵਿੱਚ 5 ਪਿਆਰੇ ਸਾਹਿਬਾਨ ਕਹਿ ਕੇ ਯਾਦ ਕੀਤਾ ਜਾਂਦਾ। ਕਿਉਂ ਭਲਾ? ਵੀ ਉਹਨਾਂ ਨੇ ਕੋਈ ਸ਼ਰਤ ਨਹੀਂ ਰੱਖੀ ਅੱਗੋਂ ਵੀ ਮਹਾਰਾਜ ਜੇ ਤੁਸੀਂ ਆਹ ਕਰੋ ਤੇ ਫਿਰ ਅਸੀਂ ਤਿਆਰ ਹਾਂ ਤੁਹਾਡੇ ਹੁਕਮ ਨੂੰ ਮੰਨਣ ਲਈ, ਫਿਰ ਅਸੀਂ ਤਿਆਰ ਹਾਂ ਤੁਹਾਡੀ ਮੰਗ ਪੂਰੀ ਕਰਨ ਲਈ। ਨਹੀਂ, ਸਤਿਗੁਰੂ ਪਾਤਸ਼ਾਹ ਨੇ ਉਹਨਾਂ ਸਾਹਮਣੇ ਇੱਕ ਮੰਗ ਰੱਖੀ, ਮੈਨੂੰ ਇੱਕ ਸੀਸ ਦੀ ਲੋੜ। ਉਹ ਉੱਠੇ, ਉਹਨਾਂ ਆਖਿਆ ਮਹਾਰਾਜ ਅਸੀਂ ਹਾਜ਼ਰ। ਕੋਈ ਆਰਗੂਮੈਂਟ ਨਹੀਂ ਸੀ ਉੱਥੇ, ਕੋਈ ਡੀਲ ਨਹੀਂ ਸੀ ਉੱਥੇ। ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਕਿਹਾ ਵੀ ਅੱਜ ਤੋਂ ਤੁਹਾਡੀ ਜਾਤ ਨਾਸ਼, ਪਾਤ ਨਾਸ਼, ਕੁਲ ਨਾਸ਼, ਕਿਰਤ ਨਾਸ਼, ਧਰਮ ਨਾਸ਼, ਕਰਮ ਨਾਸ਼। ਉਹਨਾਂ ਕਿਹਾ ਜੀ 7 ਬਚਨ, ਅਸੀਂ ਤੁਹਾਡੇ ਰਾਹ ਦੇ ਉੱਤੇ ਹਾਂ, ਤੁਹਾਡੇ ਮਾਰਗ ਤੇ ਤੁਰੇ ਹੋਏ ਹਾਂ, ਤੇ ਸਾਡਾ ਕੋਈ ਆਰਗੂਮੈਂਟ ਨਹੀਂ ਵੀ ਅਸੀਂ ਇਹ ਕਹੀਏ ਵੀ ਮਹਾਰਾਜ ਜੇ ਆਪਾਂ ਲੱਗੇ ਹੀ ਆ ਤੇ ਡੀਲ ਕਰ ਲਈਏ ਵੀ ਤੁਸੀਂ ਸਾਨੂੰ ਕੀ ਦਿਓਗੇ ਤੇ ਇਹਦੇ ਬਦਲੇ 'ਚ ਅਸੀਂ ਤੁਹਾਨੂੰ ਕੀ ਦੇਵਾਂਗੇ। ਐਸਾ ਕੁਝ ਨਹੀਂ ਹੁੰਦਾ। ਪਿਆਰੇ ਕਿਹਾ ਹੀ ਉਹਨਾਂ ਨੂੰ ਜਾਂਦਾ ਹੈ ਜਿਹੜੇ ਮੁਹੱਬਤ ਵਸ ਆਪਣਾ ਆਪ ਸੌਂਪ ਦਿੰਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਸ਼ਰਤ ਕੋਈ ਨਹੀਂ। ਜਿਹਨੇ ਕੁਝ ਦੇਣਾ ਹੈ ਨਾ, ਗੁਰੂ ਬਖਸ਼ਿਸ਼ ਗੁਰੂ ਦੀ ਹੈ, ਸਿੱਖ ਉਸ ਬਖਸ਼ਿਸ਼ ਨੂੰ ਲੈਣ ਵਾਲਾ ਹੈ। ਗੁਰੂ ਸਿੱਖ ਦੇ ਜੀਵਨ ਨੂੰ ਘੜਦਾ, ਨਾ ਕਿ ਸਿੱਖ ਗੁਰੂ ਨੂੰ ਬਣਾਉਂਦਾ। ਚੇਤੇ 'ਚ ਰੱਖੋ, ਸਾਰੀ ਦੁਨੀਆ ਰਲ ਕੇ ਵੀ ਗੁਰੂ ਨਾਨਕ ਮਹਾਰਾਜ ਨਹੀਂ ਬਣਾ ਸਕਦੀ। ਗੁਰੂ ਨਾਨਕ ਮਹਾਰਾਜ ਵਿੱਚ ਇਹ ਜੁਗਤ ਹੈ ਵੀ ਜਿਹੜਾ ਉਹਨਾਂ ਦੇ ਸੰਪਰਕ ਵਿੱਚ ਆਏ ਉਹ ਸਿੱਖ ਬਣ ਜਾਂਦਾ, ਉਹਨਾਂ ਦਾ ਪਿਆਰਾ ਬਣ ਜਾਂਦਾ। ਅਸੀਂ ਤੁਸੀਂ ਰਲ ਕੇ ਕੀ ਕੋਈ ਬਾਬਾ ਕਬੀਰ ਬਣਾ ਸਕਦੇ ਹਾਂ? ਸਾਡੇ ਵਾਸ ਹੈ ਇਹ ਗੱਲ? ਵੀ ਬਾਬਾ ਰਵਿਦਾਸ ਸਾਹਿਬ ਵਰਗਾ ਜੀਵਨ ਅਸੀਂ ਘੜ ਸਕਦੇ ਹਾਂ ਕਿਸੇ ਦਾ? ਸਾਡੇ ਕੋਲ ਇੰਨੀ ਤਕਨੀਕ, ਇੰਨੀ ਜੁਗਤ ਹੈ? ਨਹੀਂ ਹੈ। ਇਹ ਕਮਾਈ ਦਾ ਮਾਰਗ ਹੈ। ਉਹ ਜੋ ਕੁਝ ਨੇ ਉਹ ਆਪਣੇ ਆਪ ਕਰਕੇ ਨੇ, ਰੱਬੀ ਬਖਸ਼ਿਸ਼ ਕਰਕੇ ਨੇ। ਉਹ ਸੰਸਾਰ ਨੇ ਨਹੀਂ ਬਣਾਇਆ। ਸੰਸਾਰ ਜੇ ਬਣਾਉਂਦਾ ਤਾਂ ਖਿਮਾ ਕਰਨਾ ਕਿਹੋ ਜਿਹਾ ਬਣਾਉਂਦਾ? ਆਲੇ ਦੁਆਲੇ ਨੇ ਜੇ ਘੜਨਾ ਹੁੰਦਾ ਬਾਬੇ ਕਬੀਰ ਨੂੰ, ਜਾਂ ਆਲੇ ਦੁਆਲੇ ਨੇ ਜੇ ਬਣਾਉਣਾ, ਸਿਰਜਣਾ ਹੁੰਦਾ ਭਗਤ ਰਵਿਦਾਸ ਜੀ ਮਹਾਰਾਜ ਵਰਗਾ ਜੀਵਨ, ਤਾਂ ਕੀ ਉਹ ਘੜ ਪਾਉਂਦੇ? ਨਹੀਂ। ਕਿਸੇ ਦੇ ਵੱਸ ਦੀ ਖੇਡ ਨਹੀਂ। ਉਹਨਾਂ ਨੇ ਆਪਣਾ ਵਜੂਦ, ਆਪਣਾ ਆਪ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੂੰ ਸਮਰਪਿਤ ਕੀਤਾ ਤੇ ਉਹਨਾਂ ਦਾ ਜੀਵਨ ਘੜਿਆ ਗਿਆ, ਉੱਚਾ ਹੋ ਗਿਆ, ਸਵਰ ਗਿਆ, ਸੱਜ ਗਿਆ। ਤਾਂ ਹੀ ਉਹਨਾਂ ਨੇ ਕਿਹਾ ਬਿਪਰ ਪ੍ਰਧਾਨ ਤੇ ਕਰੈ ਡੰਡੌਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸ। ਵੀ ਇਹ ਤੇਰੀ ਬਖਸ਼ਿਸ਼ ਸਦਕਾ ਹੋਇਆ, ਸੰਸਾਰ ਸਦਕਾ ਨਹੀਂ ਹੋਇਆ। ਇਸ ਵਾਸਤੇ ਉੱਥੇ ਆਪਣਾ ਵਜੂਦ, ਆਪਣਾ ਆਪ ਸਮਰਪਿਤ ਕਰਨ ਦੀ ਗੱਲ ਹੈ। ਤੇ ਉਹ ਸਮਰਪਣ ਭਾਵ ਵਿੱਚ ਤਿਆਗ ਆਪਣਾ ਹੁੰਦਾ ਹੈ, ਕੁਰਬਾਨੀ ਆਪਣੀ ਹੁੰਦੀ ਹੈ, ਸ਼ਹਾਦਤ ਆਪਣੀ ਹੁੰਦੀ ਹੈ। ਇਸ ਵਾਸਤੇ ਜਿਹੜੇ ਰਹਾਉ ਦੇ ਬੋਲ ਨੇ ਇਸ ਮੁਬਾਰਕ ਸ਼ਬਦ ਦੇ, ਉਸ ਵਿੱਚ ਫਰਮਾਇਆ, ਕਹਿਣ ਲੱਗੇ ਤੁਝ ਹੈ ਚਰਨ। ਚਰਨ ਦਾ ਮਤਲਬ ਹੈ, ਹੇ ਮੇਰੇ ਮਾਲਕ ਵਾਹਿਗੁਰੂ, ਤੇਰੇ ਚਰਨ ਕਮਲ, ਤੈਨੂੰ ਸਮਰਪਿਤ ਹੋਣਾ। ਅਰਬਿੰਦ, ਅਰਬਿੰਦ ਕਹਿੰਦੇ ਨੇ ਕਮਲ ਫੁੱਲ ਨੂੰ।
ਤੇ ਉਦਾਹਰਣ ਦਿੱਤੀ ਹੈ ਵੀ ਜਿਵੇਂ ਭਵਰਾ ਕਮਲ ਫੁੱਲ ਦੇ ਉੱਤੇ ਆ ਕੇ ਬੈਠਦਾ ਹੈ, ਉਹਦੀ ਸੁਗੰਧ ਮਾਣਦਾ, ਉਹਦਾ ਰਸ ਮਾਣਦਾ। ਭਵਰੇ ਦੀ ਸੰਤੁਸ਼ਟੀ, ਭਵਰੇ ਦੀ ਸੈਟਿਸਫੈਕਸ਼ਨ, ਉਹਦੀ ਤਸੱਲੀ ਕਿੱਥੇ ਲੁਕੀ ਹੋਈ ਹੈ? ਕਮਲ ਫੁੱਲ ਦੇ ਰਸ ਸੁਗੰਧ ਵਿੱਚ, ਉਹਦੇ ਨੇੜਤਾ ਦੇ ਵਿੱਚੋਂ ਉਹ ਆਨੰਦ ਲੈਂਦਾ ਹੈ। ਇਸੇ ਤਰ੍ਹਾਂ ਹੀ ਮੇਰੇ ਮਾਲਕ ਵਾਹਿਗੁਰੂ, ਤੇਰੀ ਜਿਹੜੀ ਯਾਦ ਹੈ, ਤੇਰੇ ਹੋਣ ਦਾ ਜਿਹੜਾ ਅਹਿਸਾਸ ਹੈ ਵੀ ਤੂੰ ਹੀ ਹੈ, ਤੇਰੇ ਤੋਂ ਬਿਨਾਂ ਕੋਈ ਦੂਜਾ ਨਹੀਂ, ਤੂੰ ਹੀ ਉੱਚਾ ਹੈ, ਤੂੰ ਹੀ ਸਰਵ ਵਿਆਪਕ ਹੈ, ਤੂੰ ਹੀ ਨਾਇਕ ਹੈ, ਤੂੰ ਹੀ ਰਮਿਆ ਹੋਇਆ ਹੈ, ਤੇਰਾ ਹੀ ਹੁਕਮ ਵਰਤ ਰਿਹਾ ਹੈ, ਤੇਰੀ ਹੀ ਰਜ਼ਾ ਵਰਤ ਰਹੀ ਹੈ, ਤੂੰ ਸਭਨਾਂ ਨੂੰ ਘੜਨ ਵਾਲਾ ਹੈ, ਤੇਰੀ ਇਸ ਕਾਇਨਾਤ ਦਾ, ਇਸ ਸਿਰਜਣਾ ਦਾ ਕੋਈ ਤੋੜ ਨਹੀਂ, ਤੂੰ ਸਭ ਤੋਂ ਵੱਡਾ ਕਾਰੀਗਰ। ਇਹ ਜਿਹੜੀਆਂ ਉਹਦੀਆਂ ਖੂਬੀਆਂ ਨੇ, ਇਹਨਾਂ ਤੋਂ ਪ੍ਰਭਾਵਿਤ ਹੋਣਾ, ਪਰਮੇਸ਼ਰ ਵਾਹਿਗੁਰੂ ਨੂੰ ਇਸ ਲਹਿਜ਼ੇ ਵਿੱਚ, ਇਸ ਤਰੀਕੇ ਨਾਲ ਮੰਨਣਾ, ਮਹਿਸੂਸ ਕਰਨਾ। ਕਹਿੰਦੇ ਨੇ ਮਾਨੋ ਵੀ ਤੇਰੀ ਯਾਦ ਜਿਹੜੀ ਹੈ ਮੇਰੇ ਮਾਲਕ, ਉਹ ਕਮਲ ਫੁੱਲ ਦੀ ਨਿਆਈ ਹੈ ਤੇ ਮੇਰਾ ਮਨ ਭਵਰੇ ਦੀ ਨਿਆਈ ਹੈ। ਤੁਝੈ ਚਰਨ ਅਰਬਿੰਦ ਭਵਨ ਮਨ, ਪਾਨ ਕਰਤ ਪਾਇਓ ਪਾਇਓ ਰਾਮਈਆ ਧਨ। ਜਿਵੇਂ ਭਵਰਾ ਸੁਗੰਧ ਮਾਣਦਾ ਹੈ, ਰਸ ਮਾਣਦਾ ਹੈ, ਆਨੰਦ ਮਾਣਦਾ ਹੈ, ਇਸੇ ਤਰ੍ਹਾਂ ਮੈਂ ਤੇਰੇ ਗੁਣਾਂ ਦਾ ਆਨੰਦ ਪਾਨ ਕਰਦਾ, ਗ੍ਰਹਿਣ ਕਰਦਾ, ਮਾਣਦਾ ਹਾਂ, ਤੇ ਮੈਨੂੰ ਤੇਰੇ ਗੁਣਾਂ ਦੀ ਦੌਲਤ ਹੀ ਸਭ ਤੋਂ ਅਜ਼ੀਮ ਲੱਗਦੀ। ਰਾਮਈਆ ਮਤਲਬ ਰਮੇ ਹੋਏ ਪਰਮੇਸ਼ਰ, ਮੈਨੂੰ ਤੇਰੇ ਗੁਣ ਹੀ ਸਭ ਤੋਂ ਅਜ਼ੀਮ ਵੱਡੀ ਦੌਲਤ ਭਾਸਦੇ ਨੇ। ਇਸ ਤੋਂ ਵੱਡੀ ਦੌਲਤ ਸੰਸਾਰ 'ਚ ਕੋਈ ਨਹੀਂ, ਕਿਉਂਕਿ ਦੌਲਤ ਮਨੁੱਖ ਦੇ ਜੀਵਨ ਨੂੰ ਵਿਗਾਸ ਤੇ ਆਨੰਦ ਦਿੰਦੀ। ਆਮ ਤੌਰ ਤੇ ਅਸੀਂ ਧਨ ਦਾ ਅਰਥ ਸੰਸਾਰਕ ਮਾਇਆ ਹੀ ਕਰਦੇ ਹਾਂ, ਪਦਾਰਥ ਕਰਦੇ ਹਾਂ, ਕਰੰਸੀ ਕਰਦੇ ਹਾਂ, ਪਰ ਇੱਥੇ ਉਸ ਧਨ ਦੀ ਗੱਲ ਨਹੀਂ। ਉਹ ਧਨ ਕਿਸੇ ਕੋਲ ਥੋੜਾ ਵੀ ਹੋ ਸਕਦਾ ਹੈ, ਬਹੁਤਾ ਵੀ ਹੋ ਸਕਦਾ ਹੈ। ਜਿਹਦੇ ਕੋਲ ਬਹੁਤਾ ਹੁੰਦਾ ਹੈ ਉਹਦਾ ਕਈ ਵਾਰ ਘਟ ਜਾਂਦਾ ਹੈ, ਜਿਹਦੇ ਕੋਲ ਥੋੜਾ ਹੁੰਦਾ ਉਹਦੇ ਕੋਲ ਵੱਧ। ਇਹ ਜੋੜ ਤੋੜ ਦੁਨੀਆ ਦੇ ਚੱਲਦੇ ਰਹਿੰਦੇ। ਜ਼ਿੰਦਗੀ ਇੱਕ ਐਸੀ ਚੀਜ਼ ਹੈ, ਕਈ ਵਾਰ ਤੁਹਾਡੇ ਕੋਲ, ਜਿਵੇਂ ਮਹਾਰਾਜ ਨੇ ਬਾਣੀ 'ਚ ਕਿਹਾ ਨਾ ਵੀ ਕਬਹੂ ਖੀਰ ਖਾਂਡ ਘੀਓ ਨਾ ਭਾਵੈ, ਕਬਹੂ ਘਰ ਘਰ ਟੂਕ ਮੰਗਾਵੈ, ਕਬਹੂ ਪੂਰਨ ਚਨੇ ਬਿਨਾਵੈ, ਜਿਉਂ ਰਾਮ ਰਾਖਿਆ ਤਿਉਂ ਰਹੀਐ ਰੇ ਭਾਈ। ਕਹਿੰਦੇ ਕਈ ਵਾਰ ਤਾਂ ਐਸੀ ਹਾਲਤ ਹੁੰਦੀ ਵੀ ਇੰਨਾ ਕੁਝ ਖਾਣ ਲਈ ਹੁੰਦਾ, ਬੰਦੇ ਦਾ ਮੂੰਹ ਮੁੜ ਜਾਂਦਾ। ਉਹ ਕਹਿੰਦੇ ਛੱਡੋ ਪਰੇ, ਇੰਨਾ ਕੁਝ ਨਹੀਂ ਖਾਧਾ ਜਾ ਸਕਦਾ, ਜ਼ਾਇਆ ਕਰਦੇ ਅਸੀਂ, ਡੋਲ ਦਿੰਦੇ ਵਿੱਚ, ਸੁੱਟੋ ਪਰੇ। ਕਈ ਵਾਰ ਐਸੀ ਨੌਬਤ ਵੀ ਆਉਂਦੀ ਹੈ ਵੀ ਨਮਕ ਨਾਲ, ਲੂਣ ਨਾਲ ਰੋਟੀ ਖਾਣੀ ਪੈਂਦੀ, ਕਦੇ ਛੋਲੇ ਵੀ ਚੱਬਣੇ ਪੈ ਸਕਦੇ ਨੇ, ਕਦੇ ਗੁਆਂਢੀ ਤੋਂ ਵੀ ਮੰਗਣਾ ਪੈ ਸਕਦਾ ਵੀ ਅੱਜ ਹੈ ਨਹੀਂ ਤੇ ਕੁਝ ਹੈ ਤੇ ਸਾਡੀ ਹੈਲਪ ਕਰੋ। ਹਾਲਾਤ ਨੇ ਨਾ ਜੀਵਨ ਦੇ। ਪਦਾਰਥ ਇਸ ਤਰ੍ਹਾਂ ਘੁੰਮਦਾ ਰਹਿੰਦਾ, ਪਦਾਰਥ ਲਗਾਤਾਰ ਜਿਹੜਾ ਹੈ ਉਹ ਸਰਕਲ ਵਿੱਚ ਰਹਿੰਦਾ। ਅੱਜ ਮੇਰੇ ਕੋਲ ਹੈ, ਕੱਲ ਕਿਸੇ ਕੋਲ ਹੈ, ਪਰਸੋਂ ਕਿਸੇ ਕੋਲ ਹੈ, ਕਿਸੇ ਕੋਲ ਜ਼ਿਆਦਾ ਹੋ ਗਿਆ, ਕਿਸੇ ਕੋਲ ਸਟਾਕ ਹੋ ਗਿਆ, ਕਿਸੇ ਕੋਲ ਥੋੜਾ ਹੋ ਗਿਆ, ਕਿਸੇ ਕੋਲ ਵੀ ਜਮਾ ਹੋ ਗਿਆ। ਇਹ ਚੱਲਦਾ ਰਹਿੰਦਾ ਸਿਸਟਮ ਸੰਸਾਰ ਦਾ। ਪਰ ਇੱਥੇ ਜਿਸ ਧਨ ਦੀ ਗੱਲ ਹੈ, ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਨੇ ਫਰਮਾਇਆ ਵੀ ਮੰਨ ਲਓ ਤੁਹਾਡੇ ਕੋਲ ਪਦਾਰਥ ਬਾਹਰ ਦੇ ਥੋੜੇ ਵੀ ਹੋਣ ਜਾਂ ਬਹੁਤੇ ਵੀ ਹੋਣ, ਪਰ ਤੁਹਾਡੇ ਵਿਗਾਸ, ਤੁਹਾਡੇ ਆਨੰਦ ਤੇ, ਤੁਹਾਡੇ ਉਤਸ਼ਾਹ ਤੇ ਕੋਈ ਅਸਰ ਨਹੀਂ ਪੈਂਦਾ। ਉਹ ਕਿਹੜੀ ਦੌਲਤ ਹੈ ਜਿਹਦੇ ਨਾਲ ਤੁਸੀਂ ਅਮੀਰ ਹੋ ਜਾਂਦੇ ਹੋ? ਉਹ ਕਿਹੜਾ ਧਨ ਹੈ ਜਿਸ ਨੂੰ ਪਾ ਕੇ ਤੁਸੀਂ ਕਦੇ ਗਰੀਬ ਨਹੀਂ ਹੁੰਦੇ? ਤੁਸੀਂ ਭੁੱਖੇ ਵੀ ਹੋਵੋ ਤੇ ਤੁਹਾਡੇ ਮਨ ਵਿੱਚ ਕਦੇ ਢਹਿੰਦੀ ਕਲਾ ਨਹੀਂ ਹੁੰਦੀ। ਇੱਥੇ ਤੇ ਰੱਜੇ ਹੋਏ ਬੰਦੇ ਵੀ ਕਈ ਵਾਰ ਢਹਿੰਦੀ ਕਲਾ ਵਿੱਚ ਚਲੇ ਜਾਂਦੇ। ਬਹੁਤਾ ਖਾਣ ਵਾਲੇ, ਹੰਡਾਉਣ ਵਾਲੇ, ਬਹੁਤੀ ਦੌਲਤ ਦੇ ਢੇਰ ਤੇ ਬੈਠੇ ਹੋਏ ਵੀ ਬੰਦਿਆਂ ਨੂੰ ਲੱਗਦਾ ਵੀ ਸਾਡੇ ਤੋਂ ਵੱਧ ਦੁਨੀਆ 'ਚ ਗਰੀਬ ਕੋਈ, ਮਾੜਾ ਕੋਈ, ਕਿਉਂਕਿ ਉਹ ਹੋ ਸਕਦਾ ਕਿਸੇ ਮੁਕਾਬਲੇਬਾਜ਼ੀ 'ਚ ਹੋਣ, ਕਿਸੇ ਕੰਪੀਟੀਸ਼ਨ ਵਿੱਚ ਹੋਣ, ਹੋ ਸਕਦਾ ਹੈ ਉਹ ਕਿਸੇ ਲਾਲਚ ਸਵਾਰਥ ਦੀ ਬਿਰਤੀ ਵਿੱਚ ਹੀ ਜੀ ਰਹੇ ਹੋਣ, ਉਹਨਾਂ ਨੂੰ ਮੰਨਣ ਦਾ ਮੌਕਾ ਹੀ ਨਾ ਬਣੇ। ਭਾਈ ਗੁਰਦਾਸ ਜੀ ਤਾਂ ਇੱਕ ਵਿਅੰਗਾਤਮਕ ਸ਼ਬਦ ਵੀ ਕਹਿੰਦੇ ਨੇ ਤੁਸੀਂ ਮਧੂ ਮੱਖੀ ਵੇਖੀ ਹੈ ਸ਼ਹਿਦ ਇਕੱਠਾ ਕਰਦੀ, ਉਹ ਖੋਰੇ ਕਿੰਨੇ ਦੂਰ ਤੱਕ ਜਾ ਕੇ ਕਿੰਨੇ ਹਜ਼ਾਰਾਂ ਫੁੱਲਾਂ ਦਾ ਰਸ ਪੀ ਪੀ ਕੇ ਤੇ ਇੱਕ ਛੱਤਾ ਸ਼ਹਿਦ ਨਾਲ ਭਰਦੀ ਹੈ। ਇੱਕ ਬੰਦਾ ਆਉਂਦਾ ਸਾਰੀਆਂ ਮੱਖੀਆਂ ਨੂੰ ਉਡਾ ਕੇ ਤੇ ਸ਼ਹਿਦ ਇਕੱਠਾ ਕਰਕੇ ਚੱਲਦਾ ਬਣਦਾ। ਬੰਦੇ ਨਾਲ ਵੀ ਕਈ ਵਾਰ ਐਵੇਂ ਵਾਪਰਦੀ। ਉਹਨੂੰ ਹੁੰਦਾ ਵੀ ਮਾਣਾਂਗੇ, ਇੰਨਾ ਇਕੱਠਾ ਕਰ ਲਈਏ, ਪਰ ਉਹ ਵਕਤ ਨਹੀਂ ਆਉਂਦਾ, ਉਹ ਸਮਾਂ ਨਹੀਂ ਆਉਂਦਾ। ਆਨੰਦ, ਉਤਸ਼ਾਹ, ਜੀਵਨ ਦੇ ਵਿੱਚ ਖੁਸ਼ੀ ਨੂੰ ਮਾਣਨ ਲਈ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੁੰਦੀ।
ਤੇ ਫਿਰ ਇਹ ਵੀ ਸੋਚਣ ਦੀ ਲੋੜ ਨਹੀਂ ਹੁੰਦੀ ਵੀ ਇੰਨਾ ਜਮਾ ਹੋਏਗਾ ਤੇ ਮਾਣਾਂਗੇ। ਇਹ ਵੀ ਇੱਕ ਭਰਮ ਹੈ। ਉਹ ਘੜੀ ਜੇ ਅੱਜ ਨਹੀਂ ਤੂੰ ਮਾਣ ਸਕਿਆ ਤੇ ਤੂੰ ਕੱਲ ਵੀ ਨਹੀਂ ਮਾਣ ਪਾਏਗਾ, ਪਰਸੋਂ ਵੀ ਨਹੀਂ ਮਾਣ ਪਾਏਗਾ। ਉਹ ਤਾਂ ਇੱਕ ਬਹਾਨਾ ਹੈ ਤੇਰਾ। ਉਖੜੇ ਹੋਏ ਮਨੁੱਖ ਦੀ ਬਿਰਤੀ ਹੈ। ਗਰੀਬ ਨਵਾਜ਼ ਬਾਣੀ ਵਿੱਚ ਆਖਦੇ ਉਹ ਕਿਹੜੀ ਦੌਲਤ ਹੈ ਜਿਹੜੀ ਸਦਾ ਹੀ ਸਾਨੂੰ ਅਮੀਰ ਰੱਖਦੀ ਹੈ? ਉਹ ਹੈ ਰੱਬੀ ਗੁਣਾ ਦੀ ਅਜ਼ੀਮ ਦੌਲਤ। ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਉਸ ਦੌਲਤ ਦੀ ਗੱਲ ਬਾਬਾ ਰਵਿਦਾਸ ਸਾਹਿਬ ਮਹਾਰਾਜ ਕਰ ਰਹੇ ਨੇ। ਹੁਣ ਕੱਖਾਂ ਦੀ ਕੁੱਲੀ ਵਿੱਚ ਸਾਰੀ ਜ਼ਿੰਦਗੀ ਗੁਜ਼ਾਰ ਕੇ, ਚਮੜੇ ਦੀ ਕਿਰਤ ਕਰਕੇ, ਕੇਵਲ ਤੇ ਕੇਵਲ ਆਪਣਾ ਗੁਜ਼ਾਰਾ ਕਰਨ ਜੋਗੀ ਹੀ ਕਮਾਈ ਕਰਨ ਵਾਲੇ, ਰੁਜ਼ਗਾਰ ਕਮਾਉਣ ਵਾਲੇ ਬਾਬਾ ਰਵਿਦਾਸ ਸਾਹਿਬ ਮਹਾਰਾਜ ਤੋਂ ਵੱਧ ਅਮੀਰ ਦੁਨੀਆ ਦਾ ਕਿਹੜਾ ਬੰਦਾ ਹੋ ਸਕਦਾ? ਸੰਸਾਰ ਦੇ ਭਾਣੇ ਉਹ ਗਰੀਬੜੇ ਨੇ, ਸਭ ਤੋਂ ਗਰੀਬ, ਕਿਉਂਕਿ ਅਸੀਂ ਦੌਲਤ ਨਾਲ ਤੁਲਨਾ ਕਰਦੇ ਨਾ ਅਮੀਰ ਗਰੀਬ ਦੀ। ਪਰ ਭਟਕੇ ਹੋਏ ਮਨੁੱਖ ਨੂੰ ਰਾਹ ਚਾਹੀਦਾ ਹੋਵੇ ਤੇ ਉਹ ਕੌਣ ਵਿਖਾਏਗਾ? ਉਤਸ਼ਾਹਹੀਣ ਮਨੁੱਖ ਨੂੰ ਜੇ ਜੀਵਨ 'ਚ ਉਤਸ਼ਾਹ ਚਾਹੀਦਾ ਹੋਵੇ, ਗੁਲਾਮੀ ਹੰਢਾਉਣ ਵਾਲਿਆਂ ਨੂੰ ਜੇ ਬੇਗਮਪੁਰੇ ਦਾ ਰਸਤਾ ਚਾਹੀਦਾ ਹੋਵੇ, ਡਿਪਰੈਸ਼ਨ ਦੇ, ਮਾਨਸਿਕ ਤਣਾਅ ਦੇ, ਆਤਮਿਕ ਮਾਨਸਿਕ ਰੋਗਾਂ ਦੇ ਸ਼ਿਕਾਰ ਮਨੁੱਖ ਨੂੰ ਤੰਦਰੁਸਤੀ ਭਰੀ ਆਤਮਿਕ ਚੇਤਨਾ ਵਾਲਾ ਜੀਵਨ ਚਾਹੀਦਾ ਹੋਵੇ, ਤਾਂ ਜਿਉ ਬਾਬਾ ਰਵਿਦਾਸ ਸਾਹਿਬ ਮਹਾਰਾਜ ਦੇ ਪਾਏ ਹੋਏ ਪੂਰਨਿਆਂ ਤੇ ਚੱਲੇ, ਉਹਨਾਂ ਦੇ ਉਪਦੇਸ਼ ਨੂੰ ਪੜ੍ਹੇ, ਉਹਨਾਂ ਦੇ ਜੀਵਨ ਦੀ ਸੰਘਰਸ਼ ਨੂੰ ਤੱਕੇ ਤੇ ਉਹਨਾਂ ਦੀ ਜ਼ਿੰਦਗੀ ਤੋਂ ਲਾਹਾ ਪ੍ਰਾਪਤ ਕਰੇ, ਤਾਂ ਉਹਨੂੰ ਉਹ ਕੁਝ ਮਿਲ ਸਕਦਾ ਜੋ ਦੁਨੀਆ ਦੇ ਦੌਲਤਮੰਦ ਬੰਦੇ ਵੀ, ਸੰਸਾਰ ਦੇ ਅਮੀਰ ਆਦਮੀ, ਰਈਸ ਆਦਮੀ, ਪੈਸੇ ਵਾਲੇ, ਪਦਵੀ ਵਾਲੇ ਵੀ ਕਿਸੇ ਨੂੰ ਦੇ ਨਹੀਂ ਨਾ ਸਕਦੇ। ਉਹ ਇੱਥੋਂ ਮਿਲ ਸਕਦਾ। ਅਮੀਰ ਕੌਣ ਹੋਇਆ ਫਿਰ? ਦੌਲਤਮੰਦ ਕੌਣ ਹੋਇਆ ਫਿਰ? ਕਮਾਈ ਕਿਹਦੀ ਵੱਧ ਹੋਈ? ਤੋ ਇਸ ਵਾਸਤੇ ਫਰਮਾਉਂਦੇ ਨੇ ਆਰੰਭ ਦੇ ਬਚਨ ਵਿੱਚ, ਕਹਿੰਦੇ ਕਹਾ ਭਇਓ ਜੋ ਤਨ ਭਇਓ ਛਿਨ ਛਿਨ। ਕੀ ਹੋਇਆ? ਕਹਿੰਦੇ ਮੈਨੂੰ ਪਰਵਾਹ ਨਹੀਂ ਜੇ ਮੇਰੇ ਤਨ ਦੇ ਵੀ ਟੁਕੜੇ ਟੁਕੜੇ ਹੋ ਜਾਣ, ਯਾਨੀ ਕਿ ਮੈਨੂੰ ਆਪਣੇ ਜੀਵਨ ਦੀ ਵੀ ਪਰਵਾਹ ਨਹੀਂ। ਮੈਂ ਬਹੁਤਾ ਲੰਬਾ ਜੀਵਨ ਜੀਵਾਂ, ਮੇਰਾ ਸਰੀਰ ਤੰਦਰੁਸਤ ਹੋਵੇ, ਮੇਰੇ ਸਰੀਰ ਨੂੰ ਤਾਕਤ ਮਿਲੇ, ਸੁਹੱਪਣ, ਯਾਨੀ ਕਿ ਮੈਂ ਆਪਣੇ ਜੀਵਨ ਦੀ ਪਰਵਾਹ ਵੀ ਨਹੀਂ ਕਰਦਾ। ਪ੍ਰੇਮ ਵਿਹੂਣਾ ਜੀਵਨ ਜਿਹੜਾ ਹੈ ਉਹ ਮੇਰੇ ਲਈ ਦੁੱਬਰ ਤੇ ਔਖਾ ਹੈ, ਕਠਨ ਹੈ ਜੀਣਾ, ਉਹਦਾ ਭਾਰ ਚੁੱਕਣਾ ਬੜਾ ਔਖਾ ਹੈ। ਬਾਣੀ ਵਿੱਚ ਇੱਕ ਵਾਕ ਆਉਂਦਾ, ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਓ। ਦੋ ਸ਼ਬਦ ਕਹੇ ਨੇ, ਕਿ ਵੀ ਜਿਨ੍ਹਾਂ ਦੇ ਜੀਵਨ ਵਿੱਚ ਪ੍ਰੇਮ ਦਾ ਰਸ ਨਹੀਂ ਹੈ ਉਹ ਸੁੱਕੇ ਪੱਤੇ ਵਰਗੇ, ਸੁੱਕੇ ਰੁੱਖ ਵਰਗੇ ਨੇ। ਕੰਤ ਨਾ ਪਾਇਓ ਸਾਓ। ਸਾਓ ਦਾ ਮਤਲਬ ਹੁੰਦਾ ਸਵਾਦ, ਆਨੰਦ। ਜਿਹੜੇ ਰੱਬ ਦੀ, ਪਰਮੇਸ਼ਰ ਦੀ ਨੇੜਤਾ ਦਾ ਅਹਿਸਾਸ ਨਹੀਂ ਕਰਦੇ, ਐਸੇ ਪ੍ਰੇਮ ਤੋਂ ਵਿਹੂਣੇ ਜੀਵਨ ਵਾਲੇ ਨਾ ਜਿਹੜੇ, ਉਹਨਾਂ ਦੀ ਦਸ਼ਾ ਪਤਾ ਕੀ? ਉਹ ਕਿਹੋ ਜਿਹੀ ਜ਼ਿੰਦਗੀ ਜਿਉਂਦੇ ਨੇ? ਸੁੰਨੇ ਘਰ ਕਾ ਪਾਹੁਣਾ, ਜਿਉਂ ਆਇਆ ਤਿਉਂ ਜਾਓ। ਹੁਣ ਕੋਈ ਘਰ ਖਾਲੀ ਪਿਆ ਹੋਵੇ ਤੇ ਉਸ ਘਰ ਦੇ ਵਿੱਚ ਖੰਡਰ ਜਿਹਾ ਬਣਿਆ ਹੋਵੇ, ਘਰ ਕੋਈ ਰਹਿੰਦਾ ਨਾ ਹੋਵੇ, ਤੇ ਉੱਥੇ ਕੋਈ ਮਹਿਮਾਨ ਆ ਜਾਏ ਤੇ ਉਹ ਵਿਚਾਰਾ ਆਪੇ ਹੀ ਤੁਰ ਫਿਰ ਕੇ ਕੰਧਾਂ 'ਚ ਵੱਜ ਵੁੱਜ ਕੇ ਵਾਪਸ ਚਲਿਆ ਜਾਂਦਾ। ਨਾ ਕੋਈ ਨੂੰ ਜੀ ਆਇਆ ਆਖਣ ਵਾਲਾ, ਨਾ ਕੋਈ ਬਿਠਾਉਣ ਵਾਲਾ, ਨਾ ਕੋਈ ਤੋਰਨ ਜਾਣ ਵਾਲਾ। ਖਾਲੀ ਘਰ ਦੇ ਵਿੱਚ ਵੀ ਕੋਈ ਮਹਿਮਾਨ ਹੁੰਦਾ। ਕਹਿੰਦੇ ਨੂੰ ਇਸ ਜਗਤ ਵਿੱਚ ਐਸਾ ਹੈ, ਬਸ ਉਹ ਭਟਕਣ ਆਉਂਦਾ, ਭਟਕ ਕੇ ਤੁਰ ਜਾਂਦਾ। ਉਹ ਇਸ ਸੰਸਾਰ ਦੇ ਵਿੱਚ ਕਲੇਸ਼ ਸੇੜਦਾ ਰਹਿੰਦਾ, ਸਾਰੀ ਜ਼ਿੰਦਗੀ ਕਲੇਸ਼ ਵਿੱਚ ਕੱਢਦਾ, ਤੇ ਕਲੇਸ਼ ਇਕੱਠਾ ਕਰਕੇ, ਹੰਬ ਕੇ, ਥੱਕ ਕੇ, ਉਲਝ ਕੇ, ਖੱਪ ਕੇ, ਦੁਖੀ ਹੋ ਕੇ ਜੀਵਨ ਦਾ ਭਾਰ ਢੋਂਦਾ ਢੋਂਦਾ ਆਖਰ ਖਾਲੀ ਘਰ ਦੇ ਪ੍ਰਾਹੁਣੇ ਵਾਂਗੂ ਹੁੰਦਾ। ਸੁੰਨੇ ਘਰ ਕਾ ਪਾਹੁਣਾ, ਜਿਉਂ ਆਇਆ ਤਿਉਂ ਜਾਓ। ਉਹਨੇ ਕੀ ਖਟਿਆ? ਉਹਨੇ ਜੀਵਨ ਦਾ ਕੀ ਲਾਹਾ ਲਿਆ? ਜੀਵਨ ਨੂੰ ਕੀ ਮਾਣਿਆ ਉਹਨੇ? ਇਸ ਵਾਸਤੇ ਗਰੀਬ ਨਵਾਜ਼ ਆਖਦੇ ਨੇ, ਕੀ ਹੋਇਆ ਜੇ ਮੇਰਾ ਸਰੀਰ ਦੇ ਟੁਕੜੇ ਟੁਕੜੇ ਵੀ ਹੋ ਜਾਣ, ਭਾਵ ਜੇ ਮੇਰਾ ਜੀਵਨ ਵੀ ਨਾਸ਼ ਹੋ ਜਾਏ ਤੇ ਕੋਈ ਫਰਕ ਨਹੀਂ, ਪ੍ਰੇਮ ਜਾਏ ਤਾਂ ਡਰ ਪੈ ਤੇਰੇ। ਮੈਂ ਉਹਨਾਂ ਆਪਣੇ ਤਨ ਦੇ ਨਾਸ਼ ਹੋਣ ਦਾ ਮੈਨੂੰ ਡਰ ਨਹੀਂ, ਮੌਤ ਦਾ ਭੈ ਨਹੀਂ ਉਹਨਾਂ। ਮੈਂ ਬਸ ਇੱਕੇ ਚੀਜ਼ ਬਾਰੇ ਜ਼ਿਆਦਾ ਸੋਚਦਾ, ਪ੍ਰੇਮ ਜਾਏ ਤਾਂ ਉਹ ਡਰ ਪੈ ਤੇਰੇ। ਮੈਨੂੰ ਡਰ ਇਸੇ ਗੱਲ ਦਾ, ਤੇਰੇ ਪਿਆਰੇ ਨੂੰ, ਸੇਵਕ ਨੂੰ ਇੱਕ ਹੀ ਗੱਲ ਦਾ ਭੈ ਹੈ, ਤੇਰੀ ਮੁਹੱਬਤ ਮੇਰੇ ਮਨ ਵਿੱਚੋਂ ਨਾ ਕਟੇ।
ਇਸ ਨੂੰ ਬਾਬਾ ਕਬੀਰ ਸਾਹਿਬ ਵੀ ਲਿਖਦੇ ਨੇ ਆਪਣੇ ਸ਼ਬਦ ਵਿੱਚ। ਉਹ ਕਹਿੰਦੇ ਨੇ ਜੇ ਘਟ ਜਾਏ, ਘਟ ਉਹਨਾਂ ਨੇ ਸਰੀਰ ਲਈ ਵਰਤਿਆ ਸ਼ਬਦ, ਤਾਂ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸਾ। ਉਹ ਇੱਕ ਹੋਰ ਸ਼ਬਦ ਵਰਤਦੇ ਨੇ, ਕਹਿੰਦੇ ਨੇ ਜੋ ਤਨ ਚੀਰੈ ਅੰਗ ਨਾ ਮੋਰੋਂ, ਪਿੰਡ ਪਰੈ, ਪਿੰਡ ਸਰੀਰ ਨੂੰ ਕਹਿ, ਤਾਂ ਪ੍ਰੀਤ ਨਾ ਤੋਰੋਂ। ਜੇ ਕੋਈ ਮੈਨੂੰ ਆਰੇ ਨਾਲ ਚੀਰ ਵੀ ਦੇਵੇ ਨਾ, ਤਾਂ ਮੈਂ ਕੰਡ ਨਾ ਦਿਆਂ, ਸੀ ਨਾ ਕਰਾਂ, ਸਰੀਰ ਨਾ ਹਿਲਾਵਾਂ ਆਪਣਾ। ਅੰਗ ਨਾ ਮੋਰੋਂ ਦਾ ਮਤਲਬ ਹੈ ਵੀ ਮੈਂ ਡਰਾਂ ਨਾ ਆਪਣਾ ਆਪ ਚਿਰਵਾਉਣ ਤੋਂ। ਜੋ ਤਨ ਚੀਰੈ ਅੰਗ ਨਾ ਮੋਰੋਂ, ਪਿੰਡ ਪਰੈ, ਸਰੀਰ ਨਾਸ਼ ਹੋ ਜਾਏ ਤਾਂ ਪ੍ਰੀਤ ਨਾ ਤੋਰੋਂ, ਤਾਂ ਵੀ ਮੈਂ ਇਸ ਮੁਹੱਬਤ ਨੂੰ ਤੋੜਨਾ ਨਹੀਂ ਚਾਹਾਂਗਾ। ਇਸੇ ਨੂੰ ਕਹਿ ਬਾਣੀ ਦੇ ਵਿੱਚ, ਮੈਂ ਤਾਂ ਮੋੜ ਮਹਿੰਗੀ ਲਈ ਜੀ ਸਟੈ। ਬੜੀ ਮਹਿੰਗੀ ਵਿਹਾਜੀ ਹੈ। ਮੁਹੱਬਤ ਕਮਾਉਣ ਲਈ ਕੁਰਬਾਨੀ ਕਰਨੀ ਪੈਂਦੀ। ਜਿਵੇਂ ਮੈਂ ਪਹਿਲਾਂ ਬਿਨਾਂ ਕੀਤੀ ਸੀ ਨਾ ਵੀ ਕੁਰਬਾਨੀ ਦਾ ਰਾਹ, ਤਿਆਗ ਦਾ ਰਾਹ ਹੈ। ਇੱਥੇ ਕੋਈ ਆਫਰ ਨਹੀਂ ਹੁੰਦੀ ਕਿ ਜਾਂ ਆਹ ਕਰ ਲਓ ਜਾਂ, ਉੱਥੇ ਇੱਕੋ ਹੀ ਆਫਰ ਹੈ ਵੀ ਆਪਣਾ ਆਪ ਗਵਾਉਣਾ ਮਨਜ਼ੂਰ ਹੈ ਤੇ ਪ੍ਰੇਮ ਖੱਟ ਲੈ, ਨਹੀਂ ਗਵਾਉਣਾ ਮਨਜ਼ੂਰ ਤੇ ਠੀਕ ਹੈ, ਤੂੰ ਆਪਣੇ ਰਾਹ ਤੇ ਹੈ। ਹੁਣ ਇੰਨੇ ਮਹਿੰਗੇ ਮੁੱਲ ਵਿਹਾਜੀ ਹੋਈ ਮੁਹੱਬਤ ਨੂੰ ਅਜਾਈ ਕਿਵੇਂ ਜਾਣਦੇ ਹਾਂ? ਆਪਾਂ ਮਹਿੰਗੀਆਂ ਚੀਜ਼ਾਂ ਘਰਾਂ 'ਚ ਸਾਂਭ ਕੇ ਰੱਖਦੇ ਹਾਂ ਨਾ। ਸਭ ਤੋਂ ਵੱਧ ਪ੍ਰੋਟੈਕਸ਼ਨ ਆਪਾਂ ਮਹਿੰਗੀਆਂ ਚੀਜ਼ਾਂ ਦੀ ਕਰਦੇ ਹਾਂ। ਕਦੇ ਕਿਸੇ ਨੇ ਹੀਰੇ ਸੋਨੇ ਦੇ ਗਹਿਣੇ ਗਾਰਬੇਜ ਵਿੱਚ ਸੁੱਟੇ ਨੇ, ਟੁੱਟੇ ਵੀ ਹੋਣ ਤਾਂ ਵੀ ਸਾਂਭ ਲਈਦੇ ਨੇ। ਗਲ ਦਾ ਹਾਰ 100 ਟੁਕੜੇ ਹੋ ਜਾਏ ਨਾ, ਪੋਟਲੀ ਬੰਨ੍ਹ ਕੇ ਰੱਖ ਲਈਦੀ ਹੈ, ਲਿਫਾਫੇ 'ਚ ਪਾ ਕੇ ਰੱਖ ਲਈਦਾ ਵੀ ਇਹਦੀ ਟੁੱਟੇ ਦੀ ਵੀ ਕੀਮਤ ਹੈ। ਹੋਰ ਜਿੰਨੀਆਂ ਮਰਜ਼ੀ ਚੀਜ਼ਾਂ ਟੁੱਟ ਜਾਣ, ਉਹਨਾਂ ਨੂੰ ਆਪਾਂ ਨਾਲ ਹੀ ਸੁੱਟਦੇ ਨਹੀਂ ਵੀ ਕਬਾੜ, ਇਹਦਾ ਕੀ ਕਰਨਾ। ਕਦਰ ਉਸ ਚੀਜ਼ ਦੀ ਹੋਏਗੀ ਜਿਹਦੀ ਕੀਮਤ ਹੋਏਗੀ। ਜਿਹਦੀ ਕੀਮਤ ਹੈ, ਕਦਰ ਵੀ ਉਹਦੀ ਪੈਂਦੀ। ਤੇ ਕੀਮਤ ਧਰਮ ਦੇ ਖੇਤਰ ਵਿੱਚ, ਰੱਬ ਦੇ ਰਾਹ ਦੇ ਉੱਤੇ ਮੁਹੱਬਤ ਘਟਦੀ ਹੈ। ਸਾਨੂੰ ਇਹ ਭਰਮ ਨਹੀਂ ਹੋਣਾ ਚਾਹੀਦਾ ਕਦੇ ਵੀ ਅਸੀਂ ਬਾਬਾ ਕਬੀਰ ਸਾਹਿਬ, ਬਾਬਾ ਰਵਿਦਾਸ ਸਾਹਿਬ, ਧੰਨ ਗੁਰੂ ਨਾਨਕ ਮਹਾਰਾਜ ਦੀ ਇੱਜ਼ਤ ਕਰਦੇ ਖੋਰੇ ਉਹ ਸਾਡੇ ਸਤਿਕਾਰ ਕਰਕੇ ਵੱਡੇ ਨਹੀਂ। ਅਸੀਂ ਉਹਨਾਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਵੱਡੇ ਨਹੀਂ ਬਣਾਉਂਦੇ। ਉਹ ਹੈ ਨਹੀਂ ਏਡੇ ਵੱਡੇ ਵੀ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਪੈਂਦਾ। ਨਹੀਂ ਤਾਂ ਸਾਡੀ ਹਉਮੈ ਉਹਨਾਂ ਦਾ ਸਤਿਕਾਰ ਕਰੇ। ਜ਼ਰਾ ਸੋਚੋ, ਭਲਾ ਸਾਡੇ ਘਰ 'ਚ ਹੀ ਕੋਈ ਕਬੀਰ ਸਾਹਿਬ ਵਰਗੀਆਂ ਗੱਲਾਂ ਕਰ ਲਾ, ਆਪਾਂ ਕਹਿੰਦੇ ਜਾ ਤੂੰ ਵੱਡਾ ਭਗਤ, ਮੈਂ ਤੇਰੀ ਕਿਉਂ ਮੰਨਾਂ, ਤੂੰ ਕੌਣ ਹੈ? ਬੰਦਾ ਇਵੇਂ ਕਿਸੇ ਤੋਂ ਅਕਲ ਲੈਂਦਾ, ਇਵੇਂ ਕਿਸੇ ਤੋਂ ਗਿਆਨ ਲੈਂਦਾ, ਇਵੇਂ ਕਿਸੇ ਤੋਂ ਧਰਮ ਸਿੱਖਦਾ ਭਲਾ? ਕਿਤੇ ਹੋ ਸਕਦਾ ਸਾਡੇ ਆਲੇ ਦੁਆਲੇ ਕੋਈ ਭਲਾ ਪੁਰਸ਼ ਹੋਵੇ, ਉਹ ਨੇਕ ਰਾਹ ਤੇ ਪਾਉਣ ਵਾਲਾ ਸਾਨੂੰ ਹੋਵੇ, ਉਹਦੀ ਆਪਾਂ ਕਿੰਨੀ ਵੈਲਿਊ ਸਮਝ, ਕਿੰਨੀ ਕਦਰ ਕਰਦੇ ਹਾਂ। ਇਸ ਤਰ੍ਹਾਂ ਨਹੀਂ ਹੁੰਦਾ। ਕੁਝ ਹੈ ਉਹਨਾਂ ਦੇ ਜੀਵਨ ਵਿੱਚ, ਖਿੱਚ ਹੈ, ਕੁਝ ਰਸ ਹੈ। ਸਾਨੂੰ ਕਿਤੇ ਲੱਗਦਾ ਹੈ, ਭਾਵੇਂ ਅਸੀਂ ਕਮਾ ਪਾਈਏ ਜਾਂ ਨਾ, ਪਰ ਸਾਨੂੰ ਇਸ ਗੱਲ ਦਾ ਪਤਾ ਹੈ ਵੀ ਅਸੀਂ ਇਹ ਕਿਸੇ ਗੱਲੋਂ ਊਣੇ ਆ ਤੇ ਉਹਨਾਂ ਤੋਂ ਬਿਨਾਂ ਸਾਡਾ ਸਰਨਾ ਨਹੀਂ। ਮਹਾਨ ਲੋਕਾਂ ਨੂੰ ਤਾਂ ਦੀ ਯਾਦ ਕੀਤਾ ਜਾਂਦਾ ਹੈ ਕਿਉਂਕਿ ਮਹਾਨ ਲੋਕਾਂ ਤੋਂ ਬਿਨਾਂ ਇਹ ਸੰਸਾਰ ਖਾਲੀ ਹੈ, ਗਰੀਬ ਹੈ, ਕੰਗਾਲ ਹੈ। ਉਹਨਾਂ ਦੀ ਯਾਦ, ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਉਪਦੇਸ਼ ਹੀ ਸਾਡਾ ਸਹਾਰਾ ਹੈ। ਤੋ ਸਾਹਿਬ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸੰਪਤ ਵਿਪਤ ਪਟਲ ਮਾਇਆ ਧਨ। ਤਿੰਨ ਚੀਜ਼ਾਂ ਕਹੀਆਂ, ਕਹਿੰਦੇ ਸੰਪਤੀ, ਜਾਇਦਾਦ, ਸੁਖ। ਇੱਕ ਹੁੰਦਾ ਨਾ ਸੁਖ, ਦੂਜਾ ਹੈ ਵਿਪਤ, ਵਿਪਦਾ, ਤਕਲੀਫ, ਮੁਸ਼ਕਲ, ਤੇ ਤੀਜਾ ਹੈ ਧਨ, ਦੌਲਤ। ਸੰਪਤ, ਵਿਪਤ, ਇਹ ਕੀ ਹੈ? ਪਟਲ ਮਾਇਆ। ਪਟਲ ਕਹਿੰਦੇ ਨੇ ਪਰਦੇ ਨੂੰ, ਇਹ ਮਾਇਆ ਦੇ ਪਰਦੇ। ਕਿੱਡੀ ਉੱਚੀ ਸੁਰਤ ਹੋਏਗੀ ਬਾਬਾ ਰਵਿਦਾਸ ਸਾਹਿਬ ਦੀ ਜਦੋਂ ਕਹਿੰਦੇ ਨੇ ਵੀ ਜਿਹੜਾ ਸੁੱਖ ਹੈ ਨਾ ਵੀ ਇੱਕ ਮਾਇਆ ਦਾ ਪਰਦਾ ਹੈ। ਇਹਦੋਂ ਪਾਰ ਵੇਖਣਾ ਹਰ ਇੱਕ ਬੰਦੇ ਦੀ ਪਾਇਆ ਨਹੀਂ ਹੁੰਦੀ। ਜਿਹੜਾ ਦੁੱਖ ਹੈ ਵੀ ਮਾਇਆ ਦਾ ਇੱਕ, ਜੋ ਅਸੀਂ ਦੁੱਖ ਦਾ ਅਨੁਭਵ ਕਰਦੇ ਹਾਂ, ਸੁੱਖ ਨੂੰ ਮਹਿਸੂਸ ਕਰਦੇ ਹਾਂ, ਉਹ ਸੁੱਖ ਤੇ ਉਹ ਦੁੱਖ ਖਾਸ ਕਰਕੇ ਜਿਹੜਾ ਧਨ ਵਿੱਚ ਹੈ, ਧਨ ਦੀ ਜਿਹੜੀ ਖੁਸ਼ੀ ਹੈ, ਧਨ ਦੇ ਜਾਣ ਦਾ ਜਿਹੜਾ ਦੁੱਖ ਹੈ, ਕਹਿੰਦੇ ਇਹ ਮਾਇਆ ਦਾ ਪਰਦਾ ਹੀ ਹੈ। ਇਹ ਮਾਇਆ ਦੇ ਕੀੜੇ ਬਣ ਕੇ ਜੀਣ ਵਾਲੀ ਖੇਡ ਹੈ, ਸੁਰਤ ਦਾ ਮੈਲੇ ਹੋਣ ਦੀ ਖੇਡ ਹੈ। ਸੰਪਤ ਵਿਪਤ ਪਟਲ ਮਾਇਆ ਧਨ, ਤਾਂ ਮੈਂ ਮਗਨ ਹੋਤ ਨਾ ਤੇਰੋ ਜਨ। ਤੇਰਾ ਇਹ ਜਨ ਇਸ ਮਾਇਆ ਦੇ ਪਰਦੇ ਵਿੱਚ ਗਵਾਚਦਾ ਨਹੀਂ, ਇਸ ਪਰਦੇ ਥੱਲੇ ਦੱਬਦਾ ਨਹੀਂ।
ਇਹਦੇ ਉਹਲੇ ਨਹੀਂ ਹੁੰਦਾ। ਔਰ ਇਹਦੇ ਵਿੱਚ ਮਗਨ ਦਾ ਮਤਲਬ ਹੁੰਦਾ ਹੈ ਮਦਹੋਸ਼ ਹੋ ਜਾਣਾ, ਸੁੱਧ ਭੁਲਾ ਲੈਣੀ ਕਿਸੇ ਚੀਜ਼ ਦੀ, ਉਹਨੂੰ ਕਹਿੰਦੇ ਮਗਨ ਹੋ ਗਿਆ। ਫਿਰ ਆਖਦੇ ਪ੍ਰੇਮ ਕੀ ਜੀਵਰੀ ਬਾਂਧਿਓ ਤੇਰੋ ਜਨ, ਕਹਿ ਰਵਿਦਾਸ ਛੂਟਬੋ ਕਵਨ ਗੁਣ। ਤੇਰਾ ਇਹ ਜਨ ਤੇਰੇ ਪ੍ਰੇਮ ਦੀ ਜੀਵਰੀ ਮਤਲਬ ਹੁੰਦਾ ਰੱਸੀ। ਕਿਸੇ ਨੂੰ ਕੈਦ ਕੀਤਾ ਹੈ ਪੁਰਾਣੇ ਸਮੇਂ ਵਿੱਚ, ਉਹਨੂੰ ਰੱਸੀ ਨਾਲ ਉਹਦੇ ਹੱਥ ਪੈਰ ਬੰਨ੍ਹ ਲੈਂਦੇ, ਉਹਨੂੰ ਕਹਿੰਦੇ ਹਿੱਲੇ ਨਾ, ਕੰਟਰੋਲ ਵਿੱਚ ਰਹੇ, ਜਿਹਨੂੰ ਆਪਾਂ ਕਹਿੰਦੇ ਵੀ ਮੈਂ ਤੇਰੇ ਕੰਟਰੋਲ 'ਚ ਹਾਂ। ਤੇ ਇਹ ਜਿਹੜੀ ਜੇਵਰੀ ਜਿਹੜੀ ਕੈਦ ਹੈ ਇਹ ਮੁਹੱਬਤ ਦੀ ਹੈ, ਇਹ ਕੋਈ ਮਜਬੂਰੀ ਦੀ ਨਹੀਂ। ਇਸ ਨੂੰ ਇੱਕ ਬੜੇ ਪਿਆਰੇ ਸ਼ਬਦ ਵਿੱਚ ਕਿਹਾ ਹੈ ਬਾਬਾ ਨਾਮਦੇਵ ਸਾਹਿਬ ਨੇ, ਮੇਰੀ ਬਾਂਦੀ ਭਗਤ ਛੁਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹ, ਏਕ ਸਮੈ ਮੋਕੋ ਗਹਿ ਬੰਧ ਹੈ ਤਉ ਫਨ ਮੋਹ ਪੈ ਜਵਾਬ ਨਾ ਹੋਏ। ਮੈਂ ਗੁਣ ਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਤੋ ਇੱਥੇ ਫਰਮਾਇਆ ਕਹਿਣ ਲੱਗੇ ਕਹਿ ਰਵਿਦਾਸ ਛੂਟਬੋ ਕਵਨ ਗੁਣ, ਪਰ ਮੈਨੂੰ ਇਹ ਪ੍ਰੇਮ ਵਿੱਚ ਵੱਜਣਾ ਸਕੂਨ ਦਿੰਦਾ, ਇਹਦੇ ਤੋਂ ਛੁੱਟ ਕੇ ਮੈਨੂੰ ਕੀ ਫਾਇਦਾ ਹੈ। ਕਵਨ ਗੁਣ ਦਾ ਮਤਲਬ ਆਪਾਂ ਕਹਿੰਦੇ ਨਾ ਕੀ ਗੁਣ ਹੋਇਆ ਕੰਮ ਕਰਨ 'ਚ, ਮਤਲਬ ਕੀ ਫਾਇਦਾ ਹੋਇਆ, ਕੀ ਲਾਭ ਹੋਇਆ। ਪ੍ਰੇਮ ਤੋਂ ਵਿਰਵੇ ਹੋਣ 'ਚ ਕੀ ਫਾਇਦਾ ਹੈ, ਕੋਈ ਲਾਭ ਨਹੀਂ। ਇਸ ਕਰਕੇ ਮੈਨੂੰ ਇਹ ਮੁਹੱਬਤ ਦਾ ਮਾਰਗ ਜਿਹੜਾ ਹੈ ਇਹ ਸਭ ਤੋਂ ਉਮਦਾ ਤੇ ਉੱਚਾ ਨਜ਼ਰ ਆਉਂਦਾ ਹੈ। ਮੈਂ ਇਸ ਨੂੰ ਮਾਣਦਾ ਹਾਂ। ਗਰੀਬ ਨਵਾਜ ਕਿਰਪਾ ਕਰਨ ਇਸ ਮੁਬਾਰਕ ਸ਼ਬਦ ਦਾ ਜੋ ਤਤ ਭਾਵ ਹੈ ਸਾਡੇ ਸਭਨਾਂ ਦੇ ਹਿਰਦਿਆਂ ਵਿੱਚ ਵਸੇ। ਗਰੀਬ ਨਵਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।